ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਪਰਮ ਸਤਿਕਾਰਯੋਗ ਸਾਧ ਸੰਗਤ ਜੀਓ। ਆਮ ਇਨਸਾਨ ਦਾ ਇਹ ਸੁਪਨਾ ਰਿਹਾ ਹੈਗਾ ਕਿ ਜਿਵੇਂ ਆਕਾਸ਼ ਦੇ ਵਿੱਚ ਪਰਿੰਦੇ ਉੱਡਦੇ ਆ, ਇਸ ਤਰ੍ਹਾਂ ਕੀ ਅਸੀਂ ਵੀ ਆਜ਼ਾਦੀ ਨਾਲ ਉੱਡ ਸਕਦੇ ਹਾਂ। ਪਰ ਕਿਉਂਕਿ ਅੱਜ ਦਾ ਜਿਹੜਾ ਦੌਰ ਹੈ ਇਹ ਭੌਤਿਕਵਾਦੀ ਜ਼ਿਆਦਾ ਚੱਲ ਰਿਹਾ ਹੈ। ਜਿਵੇਂ ਅਸੀਂ ਜਹਾਜ਼ਾਂ ਦੇ ਵਿੱਚ ਸਫ਼ਰ ਕਰਦੇ ਹਾਂ ਅਤੇ ਜਹਾਜ਼ ਜਿਹੜੇ ਆ ਉਹ ਕਈਆਂ ਦਿਨਾਂ ਦਾ ਸਫ਼ਰ ਜਿਹੜਾ ਉਹ ਘੰਟਿਆਂ ਦੇ ਵਿੱਚ ਤੈਅ ਕਰਾ ਦਿੰਦੇ ਆ। ਪਰ ਅਸਲ ਦੇ ਵਿੱਚ ਕੀ ਆ ਕਿ ਜਿਹੜਾ ਪਰਿੰਦੇ ਉਸ ਅਸਮਾਨ ਦੇ ਵਿੱਚ ਉੱਡਣ ਦਾ ਆਨੰਦ ਮਾਣਦੇ ਆ, ਲੇਕਿਨ ਅਸੀਂ ਜਹਾਜ਼ਾਂ 'ਚ ਸਫ਼ਰ ਕਰਦੇ ਹੋਏ ਉਹ ਆਨੰਦ ਤੋਂ ਕੋਹਾਂ ਦੂਰ ਰਹਿੰਦੇ ਆ। ਇਸ ਕਰਕੇ ਵਿਗਿਆਨੀਆਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਕਈ ਯੰਤਰ ਬਣਾਏ ਆ, ਲੇਕਿਨ ਇਹ ਯੰਤਰ ਜਿਹੜੇ ਆ ਚਾਹੇ ਇੱਕ ਹੀ ਆਦਮੀ ਦੇ ਵਾਸਤੇ ਜਿਹੜੇ ਉਹ ਕਾਰਗਰ ਸਿੱਧ ਹੋਏ ਆ, ਪਰ ਅਸਲ ਦੇ ਵਿੱਚ ਜਿਹੜਾ ਕੁਦਰਤੀ ਤੌਰ 'ਤੇ ਉੱਡਣਾ ਪੰਛੀਆਂ ਦੀ ਤਰ੍ਹਾਂ ਦਾ ਆਨੰਦ ਵਾ ਕਿ ਜਿੱਥੋਂ ਚਾਹੋ ਜਿੱਥੋਂ ਨਾ ਚਾਹੋ, ਕੋਈ ਅੱਡਾ ਨਹੀਂ, ਕੋਈ ਕੁਛ ਨਹੀਂ ਹੈਗਾ, ਨਾ ਕਿਸੇ ਏਅਰਪੋਰਟ ਦੀ ਲੋੜ ਹੈ। ਅਤੇ ਜਿਵੇਂ ਪੰਛੀ ਜਿਹੜੇ ਇੱਕ ਜਗ੍ਹਾ ਤੋਂ ਉੱਡ ਕੇ ਦੂਜੀ ਜਗ੍ਹਾ ਆਸਾਨੀ ਨਾਲ ਜਿੱਥੇ ਮਰਜ਼ੀ ਆਪਣੇ ਮਨਪਸੰਦ ਜਗ੍ਹਾ 'ਤੇ ਉਤਰ ਜਾਂਦੇ ਆ, ਖਾਣਾ ਚੁਗਦੇ ਆ, ਇਸ ਤਰ੍ਹਾਂ ਇਨਸਾਨ ਵੀ ਚਾਹੁੰਦਾ ਹੈ। ਲੇਕਿਨ ਇਹ ਜਿਹੜੀ ਸਾਰੀ ਖੇਡ ਕਿਰਿਆ ਨਾ, ਇਹ ਸਾਰੀ ਖੇਡ ਕਿਰਿਆ ਜਿਹੜੀ ਹੈ ਉਹ ਵਾਹਿਗੁਰੂ ਦੇ ਭਜਨ ਸਿਮਰਨ ਦੇ ਵਿੱਚ ਪ੍ਰਾਪਤ ਹੋ ਜਾਂਦੀ ਆ। ਤਾਂ ਜਾਂ ਜਿਹੜੀਆਂ ਯੋਗ ਦੀਆਂ ਤਕਨੀਕਾਂ ਹੈਗੀਆਂ, ਜਿਹੜੀਆਂ ਪੁਰਾਤਨ ਸਮੇਂ ਤੋਂ ਚੱਲੀਆਂ ਆ ਰਹਿੰਦੀਆਂ, ਅਤੇ ਉਹਨਾਂ ਤਕਨੀਕਾਂ ਨੂੰ ਅਪਣਾਉਣ ਦੇ ਨਾਲ ਇਹ ਜਿਹੜੀ ਸਿੱਧੀ ਆ ਇਹ ਸਹਿਜ ਦੇ ਵਿੱਚ ਪ੍ਰਾਪਤ ਹੋ ਜਾਂਦੀ ਆ। ਅਸਲ ਦੇ ਵਿੱਚ ਕੀ ਹੁੰਦਾ ਹੈਗਾ ਕਿ ਇਹ ਜਿਹੜੀਆਂ ਯੋਗ ਮਤ ਦੀਆਂ ਤਕਨੀਕਾਂ, ਖਾਸ ਕਰਕੇ ਪੁਰਾਣਾ ਜਾਮ ਦੀਆਂ, ਇਹ ਜਟਲ ਹੈਗੀਆਂ। ਜਟਲ ਹੋਣ ਕਰਕੇ ਕੋਈ ਬਿਰਲਾ ਯੋਗੀ ਜਿਹੜਾ ਨਾ ਇਸ ਅਵਸਥਾ ਦੇ ਵਿੱਚ ਪਹੁੰਚਦਾ ਹੈਗਾ। ਬਾਕੀ ਜਿਹੜੇ ਯੋਗੀ ਹੈ ਜਾਂ ਤਾਂ ਇਹਨਾਂ ਸਾਧਨਾਂ ਨੂੰ ਜਿਹੜਾ ਹੈਗਾ ਉਹ ਅੱਧ ਬੱਟੇ ਛੱਡ ਜਾਂਦੇ ਆ, ਅਤੇ ਜਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਆਉਂਦੀ, ਕਿਉਂਕਿ ਇਹ ਜਿਹੜੀਆਂ ਯੋਗ ਦੀਆਂ ਤਕਨੀਕਾਂ ਬਹੁਤ ਸਖਤ ਮਿਹਨਤ ਮੰਗਦੀਆਂ ਹੈ। ਅਗਰ ਆਪਾਂ ਦੇਖੀਏ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਦੇ ਵਿੱਚ ਗੋਰਖਨਾਥ ਦੇ ਮੱਤ ਦੇ ਬਹੁਤ ਸਾਰੇ ਯੋਗੀ ਹੋਏ ਆ, ਜਿਨ੍ਹਾਂ ਦੇ ਕੋਲ ਇਹ ਖਾਸ ਕਰਕੇ ਸਿੱਧੀਆਂ ਤਾਕਤਾਂ ਸੀਗੀਆਂ ਕਿ ਹਵਾ ਦੇ ਵਿੱਚ ਉਹ ਬੜੇ ਆਸਾਨੀ ਨਾਲ ਉੱਡ ਸਕਦੇ ਸੀ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਸਕਦੇ ਸੀਗੇ। ਸੋ ਇਹਨਾਂ ਦੇ ਵਿੱਚੋਂ ਇੱਕ ਭੰਗਰਨਾਥ ਯੋਗੀ ਦਾ ਨਾਮ ਵੀ ਜਿਹੜਾ ਬੜਾ ਪ੍ਰਸਿੱਧ ਹੈਗਾ, ਅਤੇ ਜਿਹੜਾ ਆਕਾਸ਼ ਤੋਂ ਤਾਰਿਆਂ ਨੂੰ ਤੋੜ ਕੇ ਵੀ ਲਿਆ ਸਕਦਾ ਸੀਗਾ। ਉਹਦੇ ਪਾਸ ਐਸੀਆਂ ਜਿਹੜੀਆਂ ਹਨ ਉਹ ਸ਼ਕਤੀਆਂ ਸੀਗੀਆਂ। ਉਹਨੇ ਆਪਣੇ ਆਪ ਦੀ ਜਿਹੜੀ ਆਤਮਾ ਨੂੰ ਇੰਨਾ ਉੱਨਤ ਕਰ ਲਿਆ ਸੀ ਯੋਗ ਕਿਰਿਆ ਦੇ ਨਾਲ। ਪਰ ਕਿਉਂਕਿ ਇਹ ਜਿਹੜੇ ਯੋਗੀ ਸੀਗੇ ਆਪਣੀਆਂ ਆਤਮਿਕ ਡਾਰੀਆਂ ਦੇ ਨਾਲ ਹੰਕਾਰੀ ਹੋ ਗਏ ਸੀਗੇ, ਜਿਸ ਕਰਕੇ ਇਹਨਾਂ ਦੀਆਂ ਜਿਹੜੀਆਂ ਰਿੱਧੀਆਂ ਸਿੱਧੀਆਂ ਸੀਗੀਆਂ ਉਹ ਵਾਹਿਗੁਰੂ ਦੇ ਘਰ ਦੇ ਵਿੱਚ ਪ੍ਰਵਾਨ ਨਹੀਂ ਸੀ ਮੰਨੀਆਂ ਜਾਂਦੀਆਂ। ਹਾਂ, ਇਹ ਕੋਈ ਐਸੇ ਬਿਰਲੇ ਯੋਗੀ ਹੈਗੇ ਆ ਜਿਨ੍ਹਾਂ ਨੇ ਇਹਨਾਂ ਤਕਨੀਕਾਂ ਨੂੰ ਅਪਣਾ ਕੇ ਇਹਨਾਂ ਤਕਨੀਕਾਂ ਦਾ ਆਨੰਦ ਵੀ ਮਾਣਿਆ ਹੈਗਾ, ਲੇਕਿਨ ਵਾਹਿਗੁਰੂ ਦੇ ਭੈ ਦੇ ਵਿੱਚ ਰਹਿ ਕੇ ਅਤੇ ਦੁਨੀਆ ਦਾ ਪਿਆਰ ਵੀ ਜਿਹੜਾ ਨਾ ਖੱਟਿਆ ਹੈਗਾ। ਇਹਦੇ ਵਿੱਚੋਂ ਆਪਾਂ ਅਗਰ ਦੇਖੀਏ ਈਸਾਈ ਜਗਤ ਦੇ ਇੱਕ ਸੰਤ ਜੋਸੇਫ ਹੋਏ ਆ। ਇਹ ਜਿਹੜੇ ਜੋਸੇਫ ਸੰਤ ਸੀਗੇ ਇਹ ਕੁਪਰਟੀਨ ਦੇ ਹੁੰਦੇ ਸੀਗੇ। ਸੋ ਇਹਨਾਂ ਦੇ ਕੋਲ ਵੀ ਐਸੀ ਜਿਹੜੀ ਭਾਰੀ ਤਕਨੀਕ ਸੀਗੀ ਕਿ ਇਹ ਵੀ ਹਵਾ ਦੇ ਵਿੱਚ ਬੜੀ ਆਸਾਨੀ ਨਾਲ ਉੱਡ ਸਕਦੇ ਸੀ, ਔਰ ਖ਼ਾਸ ਕਰਕੇ ਇਸ ਤਕਨੀਕ ਦੇ ਵਿੱਚ ਇੰਨੇ ਮਾਹਰ ਹੋ ਗਏ ਸੀਗੇ ਕਿ ਇਹ ਜਿਹੜੇ ਸੰਸਾਰ ਦੀਆਂ ਭੌਤਿਕਵਾਦੀ ਚੀਜ਼ਾਂ ਸੀ ਉਹਨਾਂ ਦੀ ਖਿੱਚ ਇਹਨਾਂ ਦੇ ਮਨ ਦੇ ਵਿੱਚ ਬਿਲਕੁਲ ਟੁੱਟ ਗਈ ਸੀ, ਔਰ ਇਹਨਾਂ ਦਾ ਧਿਆਨ ਖ਼ਾਸ ਕਰਕੇ ਇਸ ਤਕਨੀਕ ਦੇ ਵਿੱਚ ਇੰਨਾ ਖੁੱਭ ਗਿਆ ਸੀਗਾ ਕਿ ਇਹਨਾਂ ਦੇ ਜਿਹੜੇ ਸ਼ਾਗਿਰਦ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ, ਉਹਨਾਂ ਦੇ ਸ਼ਾਗਿਰਦ ਇਹਨਾਂ ਨੂੰ ਹੁਣ ਬਾਹਰ ਕਿਤੇ ਵੀ ਜਗ੍ਹਾ ਫਿਰਨ ਨਹੀਂ ਸੀ ਦਿੰਦੇ ਹੁੰਦੇ, ਔਰ ਖ਼ਾਸ ਕਰਕੇ ਉਹਨਾਂ ਨੇ ਇਹਨਾਂ ਨੂੰ ਕਿਸੇ ਵੀ ਕੰਮ ਦੇ ਵਿੱਚ ਕਦੀ ਵੀ ਜਿਹੜਾ ਸੀ ਆਪਣੇ ਨਾਲ ਲੈ ਕੇ ਨਹੀਂ ਗਏ, ਕਿਉਂਕਿ ਉਹਨਾਂ ਦੇ ਮਨ 'ਤੇ ਖਦਸ਼ਾ ਹੁੰਦਾ ਸੀਗਾ ਕਿ ਅਗਰ ਇਹ ਸਾਡੇ ਨਾਲ ਕਿਤੇ ਬਾਹਰ ਆ ਗਏ ਅਤੇ ਇਹ ਕਿਤੇ ਆਕਾਸ਼ ਦੇ ਵਿੱਚ ਉੱਡ ਕੇ ਕਿਤੇ ਦੂਰ ਦਰਾਡੇ ਨਾ ਚਲੇ ਜਾਣ। ਇਹ ਜਿਹੜੇ ਸੰਤ ਜੋਸੇਫ ਸੀ ਉਹਨਾਂ ਵਾਸਤੇ ਇਹਨਾਂ ਦੇ ਸ਼ਾਗਿਰਦਾਂ ਨੇ ਇੱਕ ਮੱਠ ਬਣਾਇਆ ਹੁੰਦਾ ਸੀ, ਮੱਠ ਦੇ ਵਿੱਚ ਰਹਿੰਦੇ ਸੀ, ਅਤੇ ਇਹ ਸੰਤ ਜੋਸੇਫ ਆਪਣੀ ਤਕਨੀਕ ਦੇ ਵਿੱਚ ਇੰਨੇ ਡੂੰਘੇ ਉਤਰ ਗਏ ਸੀਗੇ ਕਿ ਅਗਰ ਕੋਈ ਪੱਥਰ ਦੀ ਮੂਰਤੀ ਪਵਿੱਤਰ ਹੈਗੀ ਆ ਤਾਂ ਅਗਰ ਉਹ ਪਵਿੱਤਰ ਮੂਰਤੀ ਨੂੰ ਇਹ ਆਪਣੇ ਧਿਆਨ ਦੇ ਨਾਲ ਤੱਕ ਲੈਂਦੇ ਸੀ ਅਤੇ ਜਿੱਥੇ ਆਕਾਸ਼ 'ਚ ਉੱਡਦੇ ਸੀਗੇ ਉੱਥੇ ਮੂਰਤੀ ਵੀ ਬਰਾਬਰੀ ਇਹਨਾਂ ਦੇ ਉੱਡ ਜਾਂਦੀ ਸੀਗੀ। ਸੋ ਇਹਨਾਂ ਦੇ ਜਿਹੜੇ ਸੀਗੇ ਯੋਗ ਮਤ ਦੀਆਂ ਸ਼ਕਤੀਆਂ ਦਾ ਜੋ ਵਰਣਨ ਮਿਲਦਾ ਹੈਗਾ ਉਹ ਤੋਂ ਪਤਾ ਲੱਗਦਾ ਹੈਗਾ ਕਿ ਜਿੰਨਾ ਵੀ ਕੋਈ ਗਹਿਰਾ ਕਿਸੇ ਚੀਜ਼ ਦੇ ਵਿੱਚ ਉਤਰ ਜਾਵੇ ਓਨੀ ਹੀ ਤਾਕਤ ਉਹਦੇ ਪਾਸ ਹਾਸਲ ਹੋ ਜਾਂਦੀ ਆ। ਇਸੇ ਤਰ੍ਹਾਂ ਨਾ ਇੱਕ ਸੰਤ ਟਰੇਸਾ ਹੋਈ ਅਵਿਲਾ ਦੀ, ਇਹ ਜਿਹੜੀ ਸੀਗੀ ਸੰਤਣੀ, ਇਹਦੀ ਵੀ ਜਿਹੜੀ ਆਤਮਿਕ ਉੱਨਤੀ ਸੀਗੀ ਬੜੀ ਉੱਨਤ ਸੀਗੀ, ਪਰ ਕਿਉਂਕਿ ਇਹਦਾ ਜਿਹੜਾ ਧਿਆਨ ਸੀ ਖਾਸ ਕਰਕੇ ਸੰਸਾਰ ਦੀਆਂ ਜਿਹੜੀਆਂ ਭਾਰੀਆਂ ਜ਼ਿੰਮੇਵਾਰੀਆਂ 'ਤੇ ਹੁੰਦਾ ਸੀਗਾ, ਅਤੇ ਇਹ ਸੰਤਣੀ ਵੀ ਜਿਹੜੀ ਹੈ ਨਾ ਟਰੇਸਾ ਹੈਗੀ, ਇਹ ਆਪਣੇ ਜੀਵਨ ਦੇ ਵਿੱਚ ਇਹ ਲਿਖਦੀ ਆ, ਜਿਹਨੇ ਦੁਨੀਆ ਨੂੰ ਸੁਨੇਹਾ ਦਿੱਤਾ ਕਿ ਮੈਂ ਅਗਰ ਹਵਾ ਦੇ ਵਿੱਚ ਉੱਡਣਾ ਚਾਹਾਂ ਅਤੇ ਮੈਂ ਉਸ ਤਕਨੀਕ ਦੇ ਵਿੱਚ ਇੰਨਾ ਕਾਮਯਾਬ ਨਹੀਂ ਹੋ ਸਕਦੀ, ਕਿਉਂਕਿ ਮੇਰਾ ਜਿਹੜਾ ਧਿਆਨ ਆ ਸੰਸਾਰ ਦੇ ਕੰਮਾਂ ਦੇ ਵੱਲ ਜ਼ਿਆਦਾ ਹੈਗਾ।
ਪਰ ਉਹਨੇ ਇਹ ਵੀ ਗੱਲ ਦੱਸੀ ਸੀ ਕਿ ਇਹ ਸਾਰੀ ਜੋ ਉੱਡਣ ਦੀ ਕਲਾ ਹੈਗੀ ਆ ਖਾਸ ਕਰਕੇ ਪਰਮਾਤਮਾ ਦੀ ਇੱਛਾ 'ਤੇ ਨਿਰਭਰ ਕਰਦੀ ਆ। ਵਾਹਿਗੁਰੂ ਜਿਸ ਨੂੰ ਜਿਸ ਕੰਮ ਦੇ ਵਿੱਚ ਲਾ ਦਿੰਦਾ ਹੈ ਨਾ, ਉਸੇ ਕੰਮ ਦੇ ਵਿੱਚ ਉਹ ਨਿਪੁੰਨ ਹੋ ਜਾਂਦਾ ਹੈਗਾ। ਸੋ ਇਹ ਜਿਹੜੀ ਸੰਤ ਟਰੇਸਾ ਹੈਗੀ ਆ, 4 ਸਦੀਆਂ ਹੋ ਗਏ ਇਸ ਸੰਤ ਟਰੇਸਾ ਦਾ ਜਿਹੜਾ ਪਾਰਥੀ ਸਰੀਰ ਹੈਗਾ ਇਹ ਅੱਜ ਵੀ ਅਸੀਂ ਦੇਖ ਸਕਦੇ ਹਾਂ। ਇਹਦਾ ਪਾਰਥੀ ਸਰੀਰ ਜਿਹੜਾ ਹੈ ਨਾ, ਸਪੇਨ ਦੇ ਅਲਬਾ ਜਿਹੜਾ ਗਿਰਜਾ ਘਰ ਆ ਉਹਦੇ ਵਿੱਚ 4 ਸਦੀਆਂ ਤੋਂ ਪਿਆ ਹੋਇਆ, ਪਰ ਇਹਦੇ ਸਰੀਰ ਦੇ ਵਿੱਚ ਅਜੇ ਤੱਕ ਕੋਈ ਵੀ ਦੂਸ਼ਿਤ ਪ੍ਰਕਿਰਿਆ ਦੇਖਣ ਵਿੱਚ ਨਹੀਂ ਮਿਲੀ। ਇਹਦਾ ਸਰੀਰ ਅੱਜ ਵੀ ਜਿਹੜਾ ਹੈ ਨਾ ਉਸ ਗਿਰਜਾ ਘਰ ਦੇ ਵਿੱਚ ਫੁੱਲਾਂ ਦੀ ਤਰ੍ਹਾਂ ਮਹਿਕਦਾ ਹੈ। ਇਹਦਾ ਮਤਲਬ ਕੀ ਆ ਕਿ ਇਹੋ ਜਿਹੜੇ ਉੱਨਤ ਕਿਸਮ ਦੇ ਯੋਗੀ ਹੁੰਦੇ ਜਾਂ ਸੰਤ ਮਹਾਂਪੁਰਖ ਹੁੰਦੇ ਆ, ਉਹਨਾਂ ਦੇ ਸਰੀਰਾਂ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਸੁਗੰਧੀ ਜਿਹੜੀ ਹੈ ਨਾ ਉਹ ਸਦਾ ਵਾਸਤੇ ਰਹਿੰਦੀ ਹੈ, ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਆਤਮਿਕ ਸ਼ਕਤੀ ਕਿੰਨੀ ਉੱਨਤ ਹੋਈ ਆ। ਇਸੇ ਤਰ੍ਹਾਂ ਭਾਰਤ ਵਰਸ਼ ਦੇ ਬਹੁਤ ਸਾਰੇ ਯੋਗੀਆਂ ਦੇ ਵਿੱਚੋਂ ਕਲਕੱਤੇ ਦੇ ਇੱਕ ਯੋਗੀ ਹੋਏ ਆ ਜਿਨ੍ਹਾਂ ਦਾ ਨਾਂ ਹੈ ਨਗੇਂਦਰਨਾਥ ਭਾਦਰੀ। ਇਹ ਜਿਹੜੇ ਨਗੇਂਦਰਨਾਥ ਭਾਦਰੀ ਸੀਗੇ ਹਨ, ਇਹ ਕਲਕੱਤਾ ਦੇ ਅਪਰ ਸਰਕਲ ਰੋਡ ਦੇ ਉੱਤੇ ਰਹਿੰਦੇ ਹੁੰਦੇ ਸੀਗੇ। ਸੋ ਇਹਨਾਂ ਨੇ ਵੀ ਹੈ ਨਾ ਜਿਹੜੀਆਂ ਪੁਰਾਣੀਆਂ ਤਕਨੀਕਾਂ, ਖਾਸ ਕਰਕੇ ਜਿਹੜਾ ਪਤੰਜਲੀ ਹੋਇਆ, ਪਤੰਜਲੀ ਦੁਆਰਾ ਜਿਹੜੀਆਂ ਪ੍ਰਾਚੀਨ ਅਸ਼ਟੋਕ ਜਾਗ ਦੀਆਂ ਜਿਹੜੀਆਂ ਹਨ ਅਨੇਕ ਪ੍ਰਾਣਾਯਾਮ ਦੀਆਂ ਕਿਰਿਆਵਾਂ ਹੈਗੀਆਂ, ਉਹਦੇ ਵਿੱਚ ਨਗੇਂਦਰਨਾਥ ਭਾਦਰੀ ਨੇ ਹੈ ਨਾ ਬਹੁਤ ਸਾਰੀਆਂ ਤਕਨੀਕਾਂ ਜਿਹੜੀਆਂ ਸਿੱਖੀਆਂ ਅਤੇ ਉਹਦੇ ਵਿੱਚ ਨਿਪੁੰਨ ਹੋ ਗਏ ਸੀਗੇ। ਸੋ ਇੰਨੇ ਨਿਪੁੰਨ ਹੁੰਦੇ ਸੀਗੇ ਕਿ ਇਹਨਾਂ ਤਕਨੀਕਾਂ ਦੇ ਵਿੱਚ ਇਹਨਾਂ ਦੇ ਕੋਲ ਐਸੀ ਭਾਰਤੀ ਜਿਹੜੀ ਸੀ ਉਹ ਕਲਾ ਇਹਨਾਂ ਦੇ ਸਿੱਖਣ ਦੇ ਵਿੱਚ ਆ ਗਈ ਸੀਗੀ ਕਿ ਆਪਣੇ ਸਰੀਰ ਨੂੰ ਹਵਾ ਦੇ ਵਿੱਚ ਧਰਤੀ ਨਾਲ ਬਹੁਤ ਉੱਚਾ ਕਰਕੇ ਇਹ ਕਿਤੇ ਵੀ ਹੈ ਨਾ ਕਾਫੀ ਦੇਰ ਉੱਡ ਸਕਦੇ, ਜਿੱਥੇ ਮਰਜ਼ੀ ਆ ਜਾ ਸਕਦੇ ਸੀ। ਸ਼ੁਰੂ ਦੇ ਵਿੱਚ ਇਹਨਾਂ ਨੇ ਇਹ ਜਿਹੜੀ ਕਲਾ ਸੀ ਆਪਣੇ ਸ਼ਾਗਿਰਦਾਂ ਨੂੰ ਤੇ ਬਹੁਤ ਸਾਰੇ ਲੋਕਾਂ ਨੂੰ ਕਲਕੱਤੇ ਵਿੱਚ ਦਿਖਾਈ ਸੀਗੀ। ਇਸ ਕਰਕੇ ਬਹੁਤ ਸਾਰੇ ਜਿਹੜੇ ਸ਼ਾਗਿਰਦ ਲੋਕੀ ਸੀ ਇਹਨਾਂ ਦੇ ਹੈ ਨਾ ਫੈਨ ਹੋ ਗਏ ਸੀ, ਇਹਨਾਂ ਦੇ ਸ਼ਰਧਾਲੂ ਹੋ ਗਏ ਸੀਗੇ। ਸੋ ਇਹ ਜਿਹੜੇ ਨਗੇਂਦਰਨਾਥ ਭਾਦਰੀ ਆ, ਇਹਨਾਂ ਦਾ ਪਰਿਵਾਰ ਜਿਹੜਾ ਹੈ ਨਾ ਬੜਾ ਸ਼ਾਹੂਕਾਰਾਂ ਦਾ ਪਰਿਵਾਰ ਮੰਨਿਆ ਜਾਂਦਾ ਹੈਗਾ। ਇਹਨਾਂ ਦੇ ਪਿਤਾ ਜੀ ਜਿਹੜੇ ਵੱਡੇ ਧਨਾੜ ਹੋਏ ਆ, ਪਰ ਕਿਉਂਕਿ ਇਹਨਾਂ ਦੇ ਅੰਦਰ ਇਸ ਕਿਰਿਆ ਨੂੰ ਸਿੱਖਣ ਦਾ ਜਿਹੜਾ ਸ਼ੌਂਕ ਸੀਗਾ, ਲਗਨ ਸੀਗੀ, ਇਸ ਕਰਕੇ ਇਹਨਾਂ ਨੇ ਆਪਣੇ ਪਿਤਾ ਜੀ ਦਾ ਜਿੰਨਾ ਵੀ ਜਿਹੜਾ ਪੈਸਾ ਸੰਪਤੀ ਸੀਗੀ ਹੈ ਨਾ ਉਹਦਾ ਸਾਰਾ ਤਿਆਗ ਕਰ ਦਿੱਤਾ ਸੀਗਾ। ਦੇਖੋ ਆਪਣੇ ਪਿਤਾ ਜੀ ਦੀ ਜਿੰਨੀ ਵੀ ਸੰਪਤੀ, ਜੋ ਵੀ ਜਾਇਦਾਦ ਸੀ, ਸਾਰੀ ਤਿਆਗ ਕੇ ਉਹਨਾਂ ਨੇ ਇਹ ਜਿਹੜੀ ਯੋਗ ਕਿਰਿਆ ਸੀਗੀ ਇਸ ਨੂੰ ਆਪਣੇ ਜੀਵਨ ਦਾ ਨਿਸ਼ਾਨਾ ਬਣਾ ਲਿਆ ਸੀਗਾ। ਤੇ ਬਹੁਤ ਸਾਰੀਆਂ ਤਕਨੀਕਾਂ ਪਤੰਜਲੀ ਦੀਆਂ ਯੋਗ ਦੀਆਂ ਕਿਰਿਆਵਾਂ ਦੇ ਵਿੱਚ ਇਹ ਬਹੁਤ ਨਿਪੁੰਨ ਹੋ ਗਏ ਸੀਗੇ, ਕਿਉਂਕਿ ਇਹਨਾਂ ਦਾ ਜਿਹੜਾ ਘਰ ਸੀਗਾ ਉਹ ਪਰਮਹੰਸ ਯੋਗਾਨੰਦ ਜੀ ਦੇ ਘਰ ਦੇ ਨਜ਼ਦੀਕ ਸੀਗਾ। ਅਤੇ ਇਸ ਕਰਕੇ ਪਰਮਹੰਸ ਯੋਗਾਨੰਦ ਜੀ ਕਹਿੰਦੇ ਸੀਗੇ ਕਿ ਮੈਂ ਅਕਸਰ ਜਿਹੜਾ ਸੀਗਾ ਇਹਨਾਂ ਨੂੰ ਮਿਲਦਾ ਹੁੰਦਾ ਸੀਗਾ। ਅਤੇ ਇਹਨਾਂ ਨੂੰ ਜਦੋਂ ਮਿਲਦਾ ਹੁੰਦਾ ਸੀਗਾ ਇਹ ਬਹੁਤ ਹੀ ਮਿਲਣਸਾਰ ਸੁਭਾਅ ਦੇ ਹੁੰਦੇ ਸੀਗੇ। ਔਰ ਖ਼ਾਸ ਕਰਕੇ ਕਹਿੰਦੇ ਇਹਨਾਂ ਨੇ ਮੈਨੂੰ ਇਹ ਕਹਿ ਛੱਡਿਆ ਸੀਗਾ ਕਿ ਤੁਸੀਂ ਜਦੋਂ ਵੀ ਮਰਜ਼ੀ ਹੋ ਤੁਸੀਂ ਮੈਨੂੰ ਮਿਲ ਸਕਦੇ ਆ, ਪਰ ਕਿਉਂਕਿ ਆਮ ਲੋਕਾਂ ਵਾਸਤੇ ਜਿਹੜਾ ਸੀ ਮਿਲਣਾ ਇਹਨਾਂ ਦੇ ਵਾਸਤੇ ਮੁਸ਼ਕਲ ਹੁੰਦਾ ਸੀ। ਇਸ ਕਰਕੇ ਪਰਮਹੰਸ ਯੋਗਾਨੰਦ ਜੀ ਕਹਿੰਦੇ ਆ ਕਿ ਅਸੀਂ ਇਹਨਾਂ ਦੇ ਕੋਲ ਬਹੁਤ ਕੁਛ ਆਪਣੇ ਜੀਵਨ ਦੇ ਵਿੱਚ ਸਿੱਖਿਆ ਵੀ ਆ। ਇੱਕ ਵਾਰ ਦੱਸਦੇ ਆ ਕਿ ਮੇਰੇ ਸਾਹਮਣੇ ਇਹਨਾਂ ਨੇ ਨਾ ਇੱਕ ਭਸਤਰਿਕਾ ਪ੍ਰਾਣਾਯਾਮ ਹੈਗਾ ਯੋਗ ਅਸ਼ਟਾਂਗ ਦੇ ਵਿੱਚ ਪਤੰਜਲੀ ਦਾ ਭਸਤਰਿਕਾ ਪ੍ਰਾਣਾਯਾਮ, ਕਹਿੰਦੇ ਕਮਰੇ ਦੇ ਵਿੱਚ ਇੰਨੇ ਜ਼ੋਰ ਨਾਲ ਕੀਤਾ ਸੀਗਾ ਕਿ ਉਹ ਜਿਹੜਾ ਸਾਰਾ ਕਮਰਾ ਸੀਗਾ ਹੈ ਨਾ ਇਹਨਾਂ ਦੇ ਇਸ ਪ੍ਰਾਣਾਯਾਮ ਸਵਾਸਾਂ ਦੀ ਕਿਰਿਆ ਦੇ ਨਾਲ ਇਸ ਤਰ੍ਹਾਂ ਜਿਹੜਾ ਸੀ ਹੋ ਗਿਆ ਸੀਗਾ ਜਿਵੇਂ ਕਮਰੇ ਦੇ ਵਿੱਚ ਪੂਰਾ ਤੂਫਾਨ ਆ ਗਿਆ ਹੁੰਦਾ ਹੈ। ਕਹਿੰਦੇ ਵੀ ਅਸੀਂ ਦੰਗ ਰਹਿ ਗਏ ਸੀਗੇ ਕਿ ਇੰਨੇ ਜ਼ੋਰ ਦੇ ਨਾਲ ਇਹਨਾਂ ਨੇ ਉਹ ਪ੍ਰਾਣਾਯਾਮ ਕੀਤਾ। ਪਰ ਹੌਲੀ ਫਿਰ ਕਹਿੰਦੇ ਉਹਨਾਂ ਨੇ ਇਹ ਜਿਹੜਾ ਪ੍ਰਾਣਾਯਾਮ ਸੀਗਾ ਇਹ ਸਟੈਪ ਬਾਈ ਸਟੈਪ ਘਟਾਉਂਦਿਆਂ ਅਖੀਰ ਬਿਲਕੁਲ ਇੱਕ ਸਮਾਧੀ ਦੀ ਅਵਸਥਾ ਦੇ ਵਿੱਚ ਚਲੇ ਗਏ ਸੀ। ਉਸ ਤੋਂ ਬਾਅਦ ਜਦ ਫਿਰ ਇਹ ਸਮਾਧੀ ਦੀ ਅਵਸਥਾ ਵਿੱਚ ਗਏ ਸੀ, ਉਸ ਤੋਂ ਬਾਅਦ ਫਿਰ ਘੰਟਿਆਂ ਬੱਧੀ ਇੱਕ ਆਨੰਦ ਦੇ ਸਾਗਰ ਦੇ ਵਿੱਚ ਡੁੱਬੇ ਰਹੇ ਹੁੰਦੇ ਸੀ। ਸੋ ਕਹਿੰਦੇ ਜਿਹੜੇ ਨਗੇਂਦਰਨਾਥ ਭਾਦਰੀ ਆ, ਕਹਿੰਦੇ ਸਾਨੂੰ ਇਹ ਵੀ ਦੱਸਦੇ ਹੁੰਦੇ ਸੀਗੇ ਕਿ ਦੇਖੋ ਇਹ ਜਿਹੜੇ ਧਿਆਨ ਦੀ ਕਿਰਿਆ ਹੈਗੀ ਆ ਇਸ ਨੂੰ ਕੋਈ ਆਪਣੀ ਮੰਜ਼ਿਲ ਸਮਝ ਲੇ ਤੇ ਉਹਦੇ ਵਾਸਤੇ ਬੜੀ ਵੱਡੀ ਭੁੱਲ ਹੈਗੀ ਆ। ਅਸਲ ਦੇ ਵਿੱਚ ਅਸੀਂ ਹੈ ਨਾ ਧਿਆਨ ਦੇ ਵਿੱਚ ਡੁੱਬਣਾ ਹੈਗਾ। ਜਿਸ ਇਸ਼ਟ ਦਾ ਅਸੀਂ ਧਿਆਨ ਕਰਦੇ ਹਾਂ ਅਤੇ ਧਿਆਨ ਦੇ ਵਿੱਚ ਡੁੱਬਣ ਤੋਂ ਭਾਵ ਉਹਨਾਂ ਦਾ ਇਹੀ ਸੀਗਾ ਕਿ ਉਸ ਪਰਮਾਤਮਾ ਜਿਹੜਾ ਸਰਬ ਵਿਆਪਕ ਹੈਗਾ ਉਸ ਦੇ ਨਾਲ ਪ੍ਰੇਮ ਪਾਉਣਾ, ਉਸ ਵਾਹਿਗੁਰੂ ਨੂੰ ਸਮਝਣਾ, ਉਹਦੇ ਨਾਲ ਪ੍ਰੇਮ ਪਾਉਣਾ। ਇਹ ਕਹਿੰਦੇ ਸੀਗੇ ਨਗੇਂਦਰਨਾਥ ਭਾਦਰੀ ਜਿਹੜੇ ਸੀ ਸਾਨੂੰ ਜ਼ਿਆਦਾ ਉਹ ਕਹਿੰਦੇ ਹੁੰਦੇ ਸੀਗੇ। ਸੋ ਉਹਨਾਂ ਨੇ ਇਹ ਵੀ ਜਿਹੜਾ ਸੀਗਾ ਉਹ ਦੱਸਿਆ ਸੀਗਾ ਇੱਕ ਵਾਰ ਕਿ ਜਿਹੜਾ ਪਰਮਾਤਮਾ ਹੈ ਨਾ ਉਹ ਹੀ ਇਕੱਲਾ ਇਸ ਸ੍ਰਿਸ਼ਟੀ ਦੇ ਵਿੱਚ ਪਰਮ ਪੁਰਖ ਤੱਤ ਹੈਗਾ, ਅਤੇ ਬਾਕੀ ਸਾਰੀ ਜਿਹੜੀ ਮਾਇਆ ਹੈਗੀ ਆ ਇਹ ਮਾਇਆ ਜਿਹੜੀ ਸਾਰੀ ਉਹਦੀ ਪਰਮੇਸ਼ਰ ਦੀ ਹੈਗੀ ਆ, ਇਹ ਬਲਹੀਣ ਮਾਇਆ ਹੈਗੀ ਆ। ਇਹਦੇ ਵਿੱਚ ਕੋਈ ਹਰਕਤ ਨਹੀਂ। ਹਰਕਤ ਉਦੋਂ ਹੀ ਹੁੰਦੀ ਆ ਜਦੋਂ ਪਰਮੇਸ਼ਰ ਇਸ ਮਾਇਆ ਨੂੰ ਆਪਣੀ ਸੱਤਾ ਦਿੰਦਾ, ਆਪਣੀ ਤਾਕਤ ਦਿੰਦਾ ਹੈਗਾ। ਅਤੇ ਉਹਦੇ ਵਿੱਚ ਫਿਰ ਨਗੇਂਦਰਨਾਥ ਭਾਦਰੀ ਉਹਨਾਂ ਨੇ ਕਹਿੰਦੇ ਵੀ ਸਾਨੂੰ ਬਹੁਤ ਤਰ੍ਹਾਂ ਦੀਆਂ ਜਾਣੀ ਕਿ ਸਿੱਖਿਆਵਾਂ ਦਿੱਤੀਆਂ ਸੀਗੀਆਂ।
ਸੋ ਇੱਕ ਵਾਰ ਪਰਮਹੰਸ ਯੋਗਾਨੰਦ ਜੀ ਕਹਿੰਦੇ ਕਿ ਅਸੀਂ ਉਹਨਾਂ ਨੂੰ ਕਹਿਤਾ ਸੀਗਾ ਕਿ ਤੁਸੀਂ ਆਪਣੇ ਪਿਤਾ ਦੀ ਵਿਸ਼ਾਲ ਸੰਪਤੀ ਦਾ ਦੇਖੋ ਤਿਆਗ ਕਰ ਦਿੱਤਾ, ਅਤੇ ਜਿਸ ਕਰਕੇ ਪਤੰਜਲੀ ਦੀਆਂ ਜਿੰਨੀਆਂ ਵੀ ਯੋਗ ਕਿਰਿਆਵਾਂ ਉਹਨਾਂ ਨੂੰ ਸਿੱਖਣ ਦੇ ਵਿੱਚ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਢਾਲ ਲਿਆ ਸੀ, ਪੂਰੀ ਤਰ੍ਹਾਂ ਇਹਦੇ ਕਾਬਲ ਬਣਾ ਲਿਆ ਸੀ, ਅਤੇ ਤੁਸੀਂ ਐਡੇ ਵੱਡੇ ਤਿਆਗੀ ਵੀ ਆ। ਪਰ ਕਹਿੰਦੇ ਨਗਿੰਦਰਨਾਥ ਭਾਦਰੀ ਜੀ ਨੇ ਸਾਨੂੰ ਇਹ ਦੱਸਿਆ ਸੀਗਾ ਉਹਨਾਂ ਟਾਈਮਾਂ ਦੇ ਵਿੱਚ, ਉਹ ਕਹਿਣ ਲੱਗੇ ਕਹਿੰਦੇ ਦੇਖੋ ਦੁਨੀਆ ਦੇ ਵਿੱਚ ਚਾਹੇ ਕੋਈ ਵੀ ਬੱਚਾ ਹੋਵੇ ਆਪਣੇ ਪਿਤਾ ਜੀ ਦੀ ਧਨ ਦੌਲਤ ਨੂੰ ਅਗਰ ਕੋਈ ਤਿਆਗ ਦਿੰਦਾ ਹੈਗਾ, ਪਰ ਕਹਿੰਦੇ ਅਸਲ ਦੇ ਵਿੱਚ ਇਹ ਏਡਾ ਭਾਰਾ ਤਿਆਗ ਨਹੀਂ ਆ, ਕਿਉਂਕਿ ਮੈਂ ਆਪਣੇ ਪਿਤਾ ਦੇ ਕੁਛ ਪੈਸੇ ਅਤੇ ਖਾਸ ਕਰਕੇ ਦੁਨਿਆਵੀ ਸੁੱਖ ਸਹੂਲਤਾਂ ਨੂੰ ਅਗਰ ਮੈਂ ਥੋੜ੍ਹਾ ਤਿਆਗਿਆ ਵੀ ਆ, ਪਰ ਇਸ ਤਿਆਗ ਦੇ ਬਦਲੇ ਮੈਂ ਆਪਣੇ ਅੰਦਰ ਜਿਹੜੇ ਸੁੱਖਾਂ ਦੇ ਖਜ਼ਾਨੇ ਪਰਮੇਸ਼ਰ ਦੇ ਬੇਸ਼ਾਲ ਹੈਗੇ ਆ, ਉਸ ਸੁੱਖਾਂ ਦੇ ਵਿਸ਼ਾਲ ਖਜ਼ਾਨਿਆਂ ਦਾ ਜਿਹੜਾ ਸਾਮਰਾਜ ਹੈਗਾ, ਰਾਜ ਹੈਗਾ, ਉਹ ਵੀ ਕਹਿੰਦੇ ਮੈਂ ਪ੍ਰਾਪਤ ਕਰ ਲਿਆ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਉਹਨਾਂ ਦਾ ਕਿ ਅਗਰ ਸੰਸਾਰ ਦੇ ਸੁੱਖਾਂ ਦੇ ਵਿੱਚ ਆਦਮੀ ਰਹੇ ਤਾਂ ਸੁੱਖ ਜਿਹੜੇ ਹੈਗੇ ਉਹ ਇਸ ਤਰ੍ਹਾਂ ਹੈਗੇ ਆ ਜਿਵੇਂ ਇੱਕ ਪਾਣੀ ਦੀ ਬੂੰਦ ਹੋਵੇ। ਅਸਲ ਦੇ ਵਿੱਚ ਜਿਹੜਾ ਅਸਲ ਸੁੱਖ ਉਹ ਭੌਤਿਕ ਵਸਤਾਂ ਵਿੱਚ ਨਹੀਂ, ਅਸਲ ਸੁੱਖ ਆਦਮੀ ਦੇ ਅੰਦਰ ਹੈਗਾ। ਅਤੇ ਉਹ ਅਸਲ ਸੁੱਖ ਕੀ ਆ? ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਜਿਹੜਾ ਹੈ ਨਾ ਉਹ ਇੱਕਮਿਕ ਹੋ ਜਾਣਾ, ਉਸ ਪਰਮੇਸ਼ਰ ਨੂੰ ਆਪਣੇ ਅੰਦਰ ਮਹਿਸੂਸ ਕਰਨਾ। ਇੱਕ ਵਾਰ ਪਰਮਹੰਸ ਯੋਗਾਨੰਦ ਜੀ ਦੱਸਦੇ ਸੀ, ਕਹਿੰਦੇ ਵੀ ਮੈਂ ਹੈ ਨਾ ਇਹਨਾਂ ਦੇ ਨਾਲ ਬੈਠਾ, ਇੱਕ ਵਾਰੀ ਅਸੀਂ ਇਕੱਠਿਆਂ ਨੇ 1 ਘੰਟਾ ਧਿਆਨ ਕੀਤਾ। 1 ਘੰਟਾ ਧਿਆਨ ਕਰਨ ਤੋਂ ਬਾਅਦ ਫਿਰ ਕਹਿੰਦੇ ਵੀ ਜਦੋਂ ਅਸੀਂ ਜਿਹੜੇ ਸੀ ਧਿਆਨ ਤੋਂ ਥੋੜ੍ਹਾ ਜਿਹਾ ਇਸ ਖਿਆਲ ਤੋਂ ਬਾਹਰ ਆਏ, ਫਿਰ ਕਹਿੰਦੇ ਨਗਿੰਦਰਨਾਥ ਭਾਦਰੀ ਨੇ ਮੈਨੂੰ ਇਹ ਆਖਿਆ ਸੀਗਾ ਵੀ ਤੂੰ ਵੀ 1 ਘੰਟਾ ਧਿਆਨ ਕੀਤਾ ਅਤੇ ਅਸੀਂ ਵੀ ਤੇਰੇ ਨਾਲ ਬੈਠੇ ਹਾਂ, ਪਰ ਕਹਿੰਦੇ ਵੀ ਤੂੰ ਸਾਨੂੰ ਇਹ ਦੱਸ ਵੀ ਤੈਨੂੰ ਉਸ ਪਰਮਾਤਮਾ ਦੀ ਅਨੁਭੂਤੀ ਹੋਈ ਆ, ਤੈਨੂੰ ਅਨੁਭਵ ਹੋਇਆ ਪਰਮੇਸ਼ਰ ਦਾ? ਜਦੋਂ ਕਹਿੰਦੇ ਉਹਨਾਂ ਨੇ ਸਵਾਲ ਕੀਤੇ ਸੀ, ਪਰ ਪਰਮਹੰਸ ਯੋਗਾਨੰਦ ਜੀ ਕਹਿੰਦੇ ਅਸੀਂ ਉਦੋਂ ਬੱਚੇ ਸੀ, ਅਸੀਂ ਕੋਈ ਜਵਾਬ ਨਹੀਂ ਦਿੱਤਾ। ਪਰ ਉਹਨਾਂ ਨੇ ਕਿਹਾ ਸੀਗਾ ਵੀ ਧਿਆਨ ਕਰਨਾ ਤਾਂ ਠੀਕ ਹੈਗਾ, ਲੇਕਿਨ ਧਿਆਨ ਦੇ ਵਿੱਚ ਡੁੱਬਣਾ ਜਿਹੜਾ ਇਹ ਅਸਲ ਦੇ ਵਿੱਚ ਇਹੋ ਹੀ ਆਦਮੀ ਦਾ ਨਿਸ਼ਾਨਾ ਮੰਜ਼ਿਲ ਹੈ। ਉਹ ਡੁੱਬਣਾ ਕੀ ਆ? ਉਹ ਹੈ ਪ੍ਰੇਮ, ਪਰਮੇਸ਼ਰ ਦੇ ਨਾਲ ਗੋਤਾ ਲਾਉਣਾ। ਸੋ ਉਸ ਤੋਂ ਬਾਅਦ ਫਿਰ ਕਹਿੰਦੇ ਨਗਿੰਦਰਨਾਥ ਭਾਦਰੀ ਉਹਨਾਂ ਦੇ ਵਿਚਾਰ ਜਿਹੜੇ ਸੀ ਨੇ ਉੱਤਮ ਹੁੰਦੇ ਸੀ। ਉਹਨਾਂ ਨੇ ਦੱਸਿਆ ਸੀਗਾ ਕਿ ਜਿਵੇਂ ਤੁਸੀਂ ਸਾਨੂੰ ਪੁੱਛਿਆ ਹੈਗਾ ਵੀ ਤੁਸੀਂ ਆਪਣੇ ਪਿਤਾ ਜੀ ਦੀ ਜਿਹੜੀ ਬਹੁਤ ਭਾਰੀ ਸੰਪત્ਤੀ ਜਾਂ ਧਨ ਦੌਲਤ ਹੈ, ਜਗੀਰ, ਉਹਦਾ ਤਿਆਗ ਕਰ ਦਿੱਤਾ। ਅਸਲ ਦੇ ਵਿੱਚ ਨਗਿੰਦਰਨਾਥ ਭਾਦਰੀ ਜੀ ਦੀ ਨਿਮਰਤਾ ਇੰਨੀ ਸੀ, ਉਹ ਕਹਿੰਦੇ ਵੀ ਇਹੋ ਜਿਹੜਾ ਤਿਆਗ ਆ ਮੈਂ ਤਾਂ ਕੁਛ ਵੀ ਨਹੀਂ ਕੀਤਾ। ਅਸਲ ਦੇ ਵਿੱਚ ਤਿਆਗੀ ਉਹ ਬੰਦੇ ਆ ਸੰਸਾਰ ਦੇ ਅੰਦਰ ਜਿਨ੍ਹਾਂ ਦੀ ਬੁੱਧੀ ਜਿਹੜੀ ਹੈ ਨਾ ਬੜੀ ਹੋਸ਼ੀ ਹੈਗੀ ਆ, ਜਿਨ੍ਹਾਂ ਨੇ ਆਪਣੀ ਇਸ ਹੋਸ਼ੀ ਅਕਲ ਦੇ ਨਾਲ ਉਸ ਦੇਵੀ ਸੰਸਾਰ ਦੇ ਜਿਹੜਾ ਆਨੰਦ ਦਾ ਸਾਗਰ ਹੈ ਉਸ ਨੂੰ ਤਿਆਂਦਲੀ ਦੇ ਕੇ ਸੰਸਾਰ ਦੀਆਂ ਜਿਹੜੀਆਂ ਭੌਤਿਕ ਵਸਤੂਆਂ ਹੈ, ਇਹਨਾਂ ਭੌਤਿਕ ਵਸਤੂਆਂ ਦੇ ਸੁੱਖਾਂ ਦੇ ਵਿੱਚ ਆਪਣੀ ਜ਼ਿੰਦਗੀ ਦੇ ਸਾਰੇ ਸਵਾਸ ਜਿਹੜੇ ਹਨ ਉਹ ਲੇਖੇ ਲਾਤੇ ਆ। ਅਸਲ ਦੇ ਵਿੱਚ ਕਹਿੰਦੇ ਵੀ ਉਹ ਤਿਆਗੀ ਆ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਨ੍ਹਾਂ ਨੇ ਇਸ ਪਾਸੇ ਦਾ ਗਿਆਨ ਹੀ ਨਹੀਂ ਹੈ, ਜਿਵੇਂ ਗੁਰਬਾਣੀ ਆਖਦੀ ਹੈ ਕਿ ਅਗਰ ਵਾਹਿਗੁਰੂ ਜਿਸ ਨੇ ਤੈਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ, ਤੈਨੂੰ ਸਾਰਾ ਕੁਛ ਦਿੱਤਾ ਹੈਗਾ, ਜੰਮਦੇ ਨੂੰ ਮਾਂ ਦਾ ਦੁੱਧ ਦਿੱਤਾ, ਫਿਰ ਤੈਨੂੰ ਹਵਾ ਦਿੱਤੀ, ਭੈਣ ਭਰਾ ਦਿੱਤੇ, ਸਭ ਕੁਛ ਦਿੱਤਾ, ਉਸ ਨੂੰ ਵਿਸਾਰ ਕੇ ਅਗਰ ਇਹੋ ਹੀ ਇਨਸਾਨ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਦੇ ਨਾਲ ਪ੍ਰੇਮ ਪਾ ਕੇ ਉਸ ਪਰਮੇਸ਼ਰ ਨੂੰ ਭੁੱਲ ਜਾਵੇ ਤਾਂ ਉਹ ਤੋਂ ਵੱਡਾ ਫਿਰ ਹੋਸ਼ਾ ਇਨਸਾਨ ਦੁਨੀਆ ਦੇ ਵਿੱਚ ਕੋਈ ਨਹੀਂ। ਕਿਉਂਕਿ ਉਹ ਅਸਲ ਦੇ ਵਿੱਚ ਆਪਣੇ ਆਪ ਨੂੰ ਅਗਰ ਤਿਆਗੀ ਮੰਨੇ ਵਾਹਿਗੁਰੂ ਦੇ ਗਿਆਨ ਤੋਂ ਸਿੱਖਣਾ, ਤਾਂ ਅਸਲ ਦੇ ਵਿੱਚ ਕੀ ਆ, ਇਹੋ ਜਿਹੇ ਜਿਹੜੇ ਇਨਸਾਨ ਦੀ ਜ਼ਿੰਦਗੀ ਹੈਗੀ ਆ ਉਹ ਤ੍ਰਿਕਾਰ ਹੈਗੀ ਆ। ਅਸਲ ਦੇ ਵਿੱਚ ਜ਼ਿੰਦਗੀ ਉਸ ਦੀ ਹੈਗੀ ਆ ਜਿਹੜਾ ਸੰਸਾਰ ਦੇ ਵਿੱਚ ਆਵੇ, ਸੰਸਾਰ ਦੇ ਵਿੱਚ ਆ ਕੇ ਵਾਹਿਗੁਰੂ ਨੂੰ ਹੀ ਆਪਣਾ ਜਿਹੜਾ ਹੈਗਾ ਉਹ ਮੇਨ ਮਾਲਕ, ਆਪਣਾ ਮੇਨ ਮਾਤਾ ਪਿਤਾ, ਆਪਣਾ ਮੇਨ ਨਿਸ਼ਾਨਾ, ਯਾਨੀ ਸਭ ਕੁਛ ਨਾ ਪਰਮੇਸ਼ਰ ਦੇ ਪ੍ਰਤੀ ਪ੍ਰੇਮ ਭਾਵ ਦੇ ਵਿੱਚ ਅਰਪਣ ਕਰ ਦੇਵੇ। ਫਿਰ ਉਸ ਗੱਲ ਦਾ ਪਤਾ ਲੱਗ ਜਾਂਦਾ ਕਿ ਅਸਲ ਦੇ ਵਿੱਚ ਜਿਹੜਾ ਪਰਮੇਸ਼ਰ ਹੈ ਉਹ ਹੀ ਸਾਰਿਆਂ ਦੇ ਵਿੱਚ ਵਿਆਪਕ ਦਾ ਹੈਗਾ। ਬਾਕੀ ਸਾਰੀ ਉਹਦੀ ਇੱਕ ਕਲਾ ਹੈ, ਇੱਕ ਖੇਡ ਹੈਗੀ ਆ। ਅਸੀਂ ਇਸ ਖੇਡ ਦੇ ਵਿੱਚ ਫਸ ਕੇ ਅਸਲ ਚੀਜ਼ ਤੋਂ ਓਹਲੇ ਹੋ ਜਾਈਏ, ਫਿਰ ਸਾਡੇ ਵਰਗਾ ਜਿਹੜਾ ਹੈ ਨਾ ਮੰਦਭਾਗਾ ਆਦਮੀ ਕੋਈ ਨਹੀਂ ਆ। ਇਸ ਕਰਕੇ ਉਹਦੀ ਖੇਡ ਨੂੰ ਵੀ ਅਸੀਂ ਦੇਖਣਾ ਹੈ, ਲੇਕਿਨ ਖੇਡ ਨੂੰ ਖੇਡਦੇ ਹੋਏ ਵੀ ਇਸ ਤੋਂ ਕੋਹਾਂ ਦੂਰ ਰਹਿਣਾ, ਤਾਂ ਜੋ ਸਾਡਾ ਜਿਹੜਾ ਨਿਸ਼ਾਨਾ ਹੈਗਾ ਉਹ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਇੱਕ ਪ੍ਰੇਮ ਭਾਵ ਦੀ ਜਿਹੜੀ ਧਿਆਨ ਰੂਪੀ ਕਿਰਿਆ ਹੈਗੀ ਆ ਉਹਦੇ ਵਿੱਚ ਸਦਾ ਹੀ ਹੈ ਨਾ ਟਿਕਿਆ ਰਹੇ। ਭਾਵ ਕਿ ਅਸੀਂ ਵਾਹਿਗੁਰੂ ਨੂੰ ਸਮਰਪਿਤ ਰਹੀਏ ਹਮੇਸ਼ਾ, ਔਰ ਵਾਹਿਗੁਰੂ ਨੂੰ ਸਮਰਪਿਤ ਰਹਿ ਕੇ ਉਹਦੀ ਪ੍ਰਸ਼ੰਸਾ ਸਦਾ ਹੀ ਹਾਸਲ ਕਰਦੇ ਰਹੀਏ। ਸੋ ਨਗਿੰਦਰਨਾਥ ਭਾਦਰੀ ਨੇ ਇਹ ਵੀ ਜਿਹੜਾ ਸੀ ਦੱਸਿਆ ਸੀਗਾ ਕਿ ਜਦ ਤੱਕ ਇਨਸਾਨ ਯੋਗ ਦੇ ਅਨੁਸ਼ਾਸਨ ਦਾ ਕਿਸੇ ਵੀ ਰੂਪ ਦੇ ਵਿੱਚ ਜ਼ਿੰਦਗੀ ਵਿੱਚ ਅਭਿਆਸ ਨਾ ਕਰੇ, ਤਦ ਤੱਕ ਚਾਹੇ ਉਹ ਇਨਸਾਨ ਜਿਹੜਾ ਸੰਸਾਰ 'ਚ ਜਿੰਨੀ ਮਰਜ਼ੀ ਤਰੱਕੀ ਕਰ ਜਾਵੇ, ਚਾਹੇ ਪੂਰਬ ਦੇ ਲੋਕੀ ਹੋਣ ਚਾਹੇ ਪੱਛਮ ਦੇ ਲੋਕੀ ਹੋਣ,
ਪਰ ਅਸਲ ਦੇ ਵਿੱਚ ਉਹ ਆਪਣੀ ਜਿਹੜੀ ਆਤਮਿਕ ਤਰੱਕੀ ਆ ਨਾ, ਅਸਲ ਆਨੰਦ, ਅਸਲ ਸੁੱਖਾਂ, ਉਹਨਾਂ ਤੋਂ ਹਮੇਸ਼ਾ ਜਿਹੜੇ ਹੈ ਨਾ ਉਹ ਅਵੇਸਲੇ ਰਹਿ ਜਾਣਗੇ। ਉਹਨਾਂ ਨੂੰ ਅਸਲ ਜੋ ਸੁੱਖ ਹੈ, ਜੋ ਸਦੀਵੀ ਆਨੰਦ, ਸਦੀਵੀ ਖੇੜਾ ਹੈਗਾ, ਉਸ ਦਾ ਕਦੀ ਗਿਆਨ ਨਹੀਂ ਹੋਊਗਾ। ਸੋ ਇਸ ਕਰਕੇ ਨਗਿੰਦਰ ਨਾਥ ਭਾਦਰੀ ਜੀ ਦਾ ਸੰਸਾਰ ਨੂੰ ਇਹੋ ਸੁਨੇਹਾ ਸੀਗਾ ਵੀ ਦੇਖੋ ਜਿਹੜਾ ਹੈ ਨਾ ਵਾਹਿਗੁਰੂ ਵਿਧਾਤਾ ਨੇ ਨਿਯਮ ਬਣਾਇਆ, ਉਸ ਦੇ ਜਿਹੜੇ ਨਿਯਮ ਹੈਗੇ ਆ ਉਹ ਜਿਵੇਂ ਸਾਡੇ ਬੀਮਾ ਕੰਪਨੀਆਂ ਦੇ ਇਹ ਕਾਨੂੰਨ ਬਣਾਉਂਦੇ ਆ ਕਿ ਅਗਰ ਸਾਡੇ ਇਸ ਬੀਮਾ ਯੋਜਨਾ ਨੂੰ ਬਣਾਓ ਤਾਂ ਉਹਨਾਂ ਨੂੰ ਭਵਿੱਖ ਦੇ ਵਿੱਚ ਇਹ ਸਹੂਲਤਾਂ ਮਿਲਣਗੀਆਂ। ਇਹੋ ਜਿਹੇ ਬੀਮਾ ਕੰਪਨੀਆਂ ਦੇ ਕਹਿੰਦੇ ਵੀ ਜਿੰਨੀਆਂ ਸਹੂਲਤਾਂ ਉਸ ਆਦਮੀ ਨੂੰ ਦੇਣ ਦੀ ਪੇਸ਼ਕਸ਼ ਕੀਤੀ ਜਾਂਦੀ ਆ, ਉਹਦੇ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਉਸ ਪਰਮੇਸ਼ਰ ਦੇ ਜਿਹੜੇ ਹੈ ਨਾ ਉਹ ਨਿਯਮ ਇਨਸਾਨ ਦੇ ਵਾਸਤੇ ਬਣੇ ਹੋਏ ਆ। ਅਗਰ ਵਾਹਿਗੁਰੂ ਪਰਮੇਸ਼ਰ ਦੇ ਨਿਯਮਾਂ ਨੂੰ ਅਪਣਾਵੇ ਤੇ ਫਿਰ ਕਹਿੰਦੇ ਭਾਈ ਉਹ ਲੋਕ ਤੇ ਪਰਲੋਕ ਦੋਨਾਂ ਦੇ ਵਿੱਚ ਬਹੁਤ ਹੀ ਸਹਿਜ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਸਕਦਾ ਹੈਗਾ। ਸੋ ਉਹਨਾਂ ਦਾ ਕਹਿਣ ਦਾ ਭਾਵ ਇਹ ਸੀਗਾ ਕਿ ਜਿਵੇਂ ਬੱਚਾ ਜੰਮਦਾ ਹੈ, ਜੰਮਦੇ ਨੂੰ ਵਾਹਿਗੁਰੂ ਜਿਹੜਾ ਹੈਗਾ ਉਹ ਮਾਤਾ ਦੀ ਛਾਤੀ ਦੇ ਵਿੱਚੋਂ ਦੁੱਧ ਦਿੰਦਾ ਹੈਗਾ। ਉਸ ਤੋਂ ਬਾਅਦ ਦੇਖੋ ਹੁਣ ਜੀਣ ਵਾਸਤੇ ਹਵਾ ਹੈਗੀ ਆ, ਦਿਨ ਰਾਤ ਬਣੇ ਆ, ਉਹਦੇ ਜਿਹੜੇ ਦੇਖਭਾਲ ਵਾਸਤੇ ਆ ਉਹਦੇ ਮਾਤਾ ਪਿਤਾ ਹੋ ਜਾਂਦੇ, ਰਿਸ਼ਤੇਦਾਰ ਜੁੜ ਜਾਂਦੇ ਆ। ਇਸ ਤਰ੍ਹਾਂ ਵਾਹਿਗੁਰੂ ਜਿਹੜਾ ਹੈ ਨਾ ਉਸ ਬੱਚੇ ਨੂੰ ਅਣਮੰਗੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕਰ ਦਿੰਦਾ। ਇਸ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਬੱਚੇ ਬਣ ਕੇ ਸੰਸਾਰ ਦੇ ਵਿੱਚ ਆਉਂਦੇ ਆ, ਲੇਕਿਨ ਇਹਨਾਂ ਤਕਨੀਕਾਂ ਨੂੰ ਵੀ ਅਪਣਾਉਂਦੇ ਆ, ਉਹਨਾਂ ਦੇ ਵਿੱਚ ਮਾਹਰ ਵੀ ਹੁੰਦੇ ਆ ਅਤੇ ਸੰਸਾਰ ਨੂੰ ਇਸ ਦੱਸਣ ਦੇ ਕਾਬਿਲ ਵੀ ਬਣਦੇ ਆ ਕਿ ਭਾਈ ਅਗਰ ਅਸੀਂ ਇਹੋ ਜਿਹੀਆਂ ਤਕਨੀਕਾਂ ਅਪਣਾਵਾਂਗੇ, ਇਹ ਸੰਸਾਰ ਦੀ ਮਾਇਆ ਦੇ ਝੂਟਿਆਂ ਦੇ ਵਿੱਚ ਵੀ ਅਸੀਂ ਆਪਣੇ ਜੀਵਨ ਨੂੰ ਜਿਹੜਾ ਹੈ ਨਾ ਉਹ ਲਿਜਾ ਕੇ ਸੰਸਾਰ ਨੂੰ ਕੋਈ ਨਾ ਕੋਈ ਐਸਾ ਸੁਨੇਹਾ ਦੇ ਸਕਦੇ ਹਾਂ ਕਿ ਅਗਰ ਅਸੀਂ ਇਹਨਾਂ ਯੋਗ ਮਤ ਦੀਆਂ ਤਕਨੀਕਾਂ, ਖਾਸ ਕਰਕੇ ਸਿਮਰਨ ਸਾਧਨਾਂ ਦੇ ਅੰਤਰਮੁਖੀ ਭਾਵ ਦੇ ਵਿੱਚ ਪ੍ਰਬਲ ਹੋ ਜਾਈਏ ਤੇ ਫਿਰ ਭਾਈ ਹਰੇਕ ਜਿਹੜਾ ਇਨਸਾਨ ਹੈਗਾ ਉਹ ਆਪਣੀਆਂ ਜਿੰਨੀਆਂ ਵੀ ਮਨੋਰਥ, ਜਿਹੜੇ ਵੀ ਸੁਪਨੇ ਆ, ਉਹਨਾਂ ਸੁਪਨਿਆਂ ਨੂੰ ਸਹਿਜ ਦੇ ਵਿੱਚ ਹੀ ਪੂਰਾ ਕਰ ਸਕਦਾ ਹੈ। ਇਸ ਕਰਕੇ ਅਸੀਂ ਦੇਖਦੇ ਹਾਂ ਕਿ ਇੱਕ ਨਹੀਂ ਅਨੇਕਾਂ ਜਿਹੜੇ ਸੰਤ ਹੈਗੇ ਆ, ਇਹਨਾਂ ਖੇਡਾਂ ਦੇ ਵਿੱਚ ਖੇਡਦੇ ਹੋਏ ਆਪਣੇ ਆਪ ਨੂੰ ਜਣਾਉਂਦੇ ਨਹੀਂ ਆ, ਲੇਕਿਨ ਉਹ ਇਹਨਾਂ ਖੇਡਾਂ ਖੇਡਣ ਦੇ ਵਿੱਚ ਮਾਹਰ ਹੋ ਜਾਂਦੇ ਆ। ਆਪਣੇ ਫੁਰਨੇ ਦੇ ਨਾਲ ਹੀ ਇੱਕ ਮੁਲਕ ਤੋਂ ਦੂਜੇ ਮੁਲਕ 'ਤੇ ਆਸਾਨੀ ਨਾਲ ਪਹੁੰਚ ਜਾਂਦੇ ਆ ਅਤੇ ਇੱਕ ਸਰੀਰ ਤੋਂ ਅਨੇਕਾਂ ਸਰੀਰ ਧਾਰਨ ਕਰਕੇ ਉੱਥੇ ਕੰਮਕਾਜ ਕਰਕੇ ਅਤੇ ਫਿਰ ਵਾਪਸ ਜਿਹੜਾ ਹੈ ਨਾ ਆਪਣੇ ਇੱਕ ਸਰੀਰ ਦੇ ਵਿੱਚ ਆ ਸਕਦੇ ਆ। ਸੋ ਇਸ ਤਰ੍ਹਾਂ ਦੇ ਜਿਹੜੇ ਤਕਨੀਕਾਂ ਯੋਗ ਦੇ ਵਿੱਚ, ਸਿਮਰਨ ਸਾਧਨਾ ਦੇ ਵਿੱਚ ਇਨਸਾਨ ਨੂੰ ਵਾਹਿਗੁਰੂ ਨਾਲ ਜੁੜ ਕੇ ਪ੍ਰਾਪਤ ਹੋ ਜਾਂਦੀਆਂ, ਉਹ ਦੁਨੀਆ ਦੇ ਭੌਤਿਕ ਪਦਾਰਥਾਂ ਦੇ ਵਿੱਚ ਕਦੀ ਨਹੀਂ ਪ੍ਰਾਪਤ ਹੁੰਦੀਆਂ। ਇਹ ਜਿਹੜਾ ਸੁਨੇਹਾ ਹੈਗਾ ਇਹ ਨਗਿੰਦਰ ਨਾਥ ਭਾਦਰੀ ਜੀ ਨੇ ਜਿਹੜਾ ਹੈ ਸੰਸਾਰ ਨੂੰ ਦਿੱਤਾ ਹੈਗਾ। ਸੋ ਦਾਸ ਇਹੋ ਜਿਹੜੇ ਸਭਾ ਦੇ ਵਿੱਚ ਉੱਡਣ ਵਾਲੇ ਸੰਤ, ਖਾਸ ਕਰਕੇ ਨਗਿੰਦਰ ਨਾਥ ਭਾਦਰੀ ਜਿਹੜੇ ਹੈਗੇ ਆ, ਇਸ ਤਰ੍ਹਾਂ ਦੇ ਜਿਹੜੇ ਸੰਤ ਹੈਗੇ ਉਹ ਖਾਸ ਕਰਕੇ ਇਸ ਭਾਰਤ ਦਾ ਗੌਰਵ ਸੰਸਾਰ ਦੇ ਵਿੱਚ ਮੰਨੇ ਜਾਂਦੇ ਆ, ਤਾਂ ਜੋ ਸੰਸਾਰ ਨੂੰ ਸੁਨੇਹਾ ਦਿੱਤਾ ਜਾ ਸਕੇ ਕਿ ਭਾਰਤ ਦੇ ਵਿੱਚ ਅਜੇ ਵੀ ਜਿਹੜੇ ਐਸੇ ਮਹਾਨ ਯੋਗੀ ਹੈਗੇ ਆ ਜਿਨ੍ਹਾਂ ਨੇ ਪੁਰਾਣੀਆਂ ਯੋਗ ਮਾਤ ਦੀਆਂ ਤਕਨੀਕਾਂ ਨੂੰ ਜਿਉਂਦਿਆਂ ਤਿਉਂ ਕਾਇਮ ਕਰਕੇ ਆਪਣੇ ਜਿਹੜੇ ਬੀਰਜ ਹੈਗਾ ਇਸ ਯੋਗ ਤਕਨੀਕ ਦਾ ਉਸ ਨੂੰ ਬਰਕਰਾਰ ਰੱਖਿਆ ਹੈ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕੋ ਆ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।